ਕਰੋਨਾ ਦੀ ਇਸ ਮਹਾਮਾਰੀ ਨੇ ਸਾਡੇ ਦੇਸ਼ ਦੇ ਵਿੱਚੋਂ ਕਈ ਮਹਾਨ ਸਿਤਾਰੇ, ਕਈ ਮਹਾਨ ਸ਼ਖਸੀਅਤਾਂ ਖੋਹ ਲਿੱਤੀਆਂ, ਜਿਨ੍ਹਾਂ ਦੇ ਵਿੱਚੋਂ ਇੱਕ ਨਾਮ ਹੈ ਮਿਲਖਾ ਸਿੰਘ ਦਾ। ਫਲਾਇੰਗ ਸਿੱਖ ਮਿਲਖਾ ਸਿੰਘ ਦੀ ਬੀਤੀ ਰਾਤ 11:30 ਵਜੇ ਮੌਤ ਹੋ ਗਈ। ਤਾਂ 20 ਮਈ ਨੂੰ ਮਿਲਖਾ ਸਿੰਘ ਕਰੋਨਾ ਪੋਜ਼ਿਟਿਵ ਪਾਏ ਗਏ ਸੀ, ਜਿਸ ਤੋਂ ਬਾਅਦ ਉਹਨਾਂ ਦਾ ਲਗਾਤਾਰ ਇਲਾਜ ਪੀਜੀਆਈ ਦੇ ਹਸਪਤਾਲ ਦੇ ਵਿੱਚ ਚੱਲ ਰਿਹਾ ਸੀ। ਮਿਲਖਾ ਸਿੰਘ ਦੇ ਨਾਲ ਉਹਨਾਂ ਦੀ ਪਤਨੀ ਨਿਰਮਲ ਕੌਰ ਮਿਲਖਾ ਵੀ ਕੋਵਿਡ ਪੋਜ਼ਿਟਿਵ ਆ ਗਏ ਸੀ। ਹਾਲਾਂਕਿ ਦੋਨਾਂ ਨੇ ਕੋਵਿਡ ਨੂੰ ਤਾਂ ਮਾਤ ਦੇ ਦਿੱਤੀ ਸੀ, ਪਰ ਕੋਵਿਡ ਤੋਂ ਬਾਅਦ ਹੋਣ ਵਾਲੀਆਂ ਕੰਪਲਿਕੇਸ਼ਨਸ ਦੇ ਨਾਲ ਉਹ ਨਹੀਂ ਲੜ ਸਕੇ। ਤਾਂ ਬੀਤੀ ਰਾਤ ਮਿਲਖਾ ਸਿੰਘ ਦਾ ਦੇਹਾਂਤ ਹੋਇਆ ਹੈ। ਔਰ ਉੱਥੇ ਹੀ ਜੇਕਰ ਗੱਲ ਕਰੀਏ ਉਹਨਾਂ ਦੀ ਪਤਨੀ ਦੀ, ਤਾਂ 5 ਦਿਨ ਪਹਿਲਾਂ ਮਿਲਖਾ ਸਿੰਘ ਦੇ ਪਤਨੀ ਵੀ ਇਸ ਸੰਸਾਰ ਨੂੰ ਅਲਵਿਦਾ ਆ ਗਏ ਸੀ। ਇਸ ਵੇਲੇ ਅਸੀਂ ਮੌਜੂਦ ਹਾਂ ਮਿਲਖਾ ਸਿੰਘ ਦੇ ਘਰ ਦੇ ਬਾਹਰ, ਜਿੱਥੇ ਉਹਨਾਂ ਦੇ ਚਾਹਵਾਨ ਤੇ ਉਹਨਾਂ ਨੂੰ ਮਿਲਣ ਵਾਲੇ ਕੁਝ ਲੋਕ ਜਿਹੜੇ ਨੇ ਇਸ ਵੇਲੇ ਅੰਤਿਮ ਦਰਸ਼ਨਾਂ ਦੇ ਲਈ ਆ ਰਹੇ ਨੇ। ਤਾਂ ਆ ਤਸਵੀਰ ਤੁਸੀਂ ਵੇਖ ਸਕਦੇ ਹੋ। ਤਾਂ ਇੱਥੇ ਮਿਲਖਾ ਸਿੰਘ ਦਾ ਪਰਿਵਾਰ ਇਸ ਵੇਲੇ ਉਸ ਸੋਗ ਦੀ ਘੜੀ ਦੇ ਵਿੱਚ ਹੈ। ਔਰ ਸਿਰਫ ਪਰਿਵਾਰਕ ਮੈਂਬਰ ਹੀ ਨਹੀਂ, ਬਲਕਿ ਮਿਲਖਾ ਸਿੰਘ ਨੂੰ ਚਾਹੁਣ ਵਾਲੇ ਹਰ ਇੱਕ ਉਹ ਕਰੀਬੀ ਮਿਲਖਾ ਸਿੰਘ ਨੂੰ ਅੱਜ ਯਾਦ ਕਰਕੇ ਆਪਣੀਆਂ ਅੱਖਾਂ ਨਮ ਕਰੀ ਬੈਠੇ ਨੇ। ਤਾਂ ਮਿਲਖਾ ਸਿੰਘ ਪੂਰੇ ਦੇਸ਼ ਦੇ ਲਈ ਇੱਕ ਬੜੀ ਮਾਣ ਵਾਲੀ ਗੱਲ ਸੀ। ਪੂਰੇ ਦੇਸ਼ ਵਾਸਤੇ ਮਿਲਖਾ ਸਿੰਘ ਦਾ ਜੋ ਦੇਣ ਹੈ ਉਹ ਕਦੀ ਵੀ ਭੁਲਾਇਆ ਨਹੀਂ ਜਾ ਸਕਦੀ। ਤਾਂ ਮਿਲਖਾ ਸਿੰਘ ਨੇ ਇਸ ਦੇਸ਼ ਨੂੰ ਕਈ ਮੈਡਲ ਜਿਤਾਏ, ਆਪਣਾ ਨਾਮ ਇਸ ਪੂਰੇ ਸੰਸਾਰ ਦੇ ਵਿੱਚ ਉਸ ਉਚਾਈਆਂ ਤੇ ਪਹੁੰਚਾਇਆ ਜਿੱਥੇ ਸ਼ਾਇਦ ਕੋਈ ਵੀ ਇਸ ਵਕਤ ਨਹੀਂ ਪਹੁੰਚ ਸਕਦਾ। ਇਸ ਦੇ ਨਾਲ ਮਿਲਖਾ ਸਿੰਘ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਏਸ਼ੀਅਨ ਗੇਮਾਂ ਦੇ ਵਿੱਚ 4 ਵਾਰ 골ਡ ਮੈਡਲ ਜਿੱਤੇ ਗਏ। ਕਾਮਨਵੈਲਥ ਖੇਡ ਦੇ ਵਿੱਚ ਵੀ ਸਾਲ 1958 ਦੇ ਵਿੱਚ ਉਹਨਾਂ ਦੇ ਵੱਲੋਂ ਮੈਡਲ ਜਿੱਤਿਆ ਗਿਆ। ਔਰ ਉੱਥੇ ਹੀ ਓਲੰਪਿਕ ਮੈਡਲ ਦੀ ਜੇਕਰ ਗੱਲ ਕਰੀਏ ਤਾਂ 400 ਮੀਟਰ ਫਾਈਨਲ ਰੇਸ ਜਿਹੜੀ ਆ 1960 ਦੇ ਵਿੱਚ ਉਹਨਾਂ ਦੇ ਵੱਲੋਂ ਖਤਮ ਕੀਤੀ ਗਈ ਸੀ। ਔਰ ਮਿਲਖਾ ਸਿੰਘ ਹੀ ਅਜਿਹੇ ਇੱਕ ਵਿਅਕਤੀ ਸੀ ਜਿਨ੍ਹਾਂ ਨੇ ਆਪਣਾ ਰੇਸ ਦਾ ਰਿਕਾਰਡ ਜੋ 45.73 ਸੈਕਿੰਡ ਦਾ ਸੀਗਾ ਉਸ ਨੂੰ 40 ਸਾਲਾਂ ਤੱਕ ਬਰਕਰਾਰ ਰੱਖਿਆ। ਔਰ ਉਸ ਤੋਂ ਬਾਅਦ ਪਰਮਜੀਤ ਸਿੰਘ ਦੇ ਵੱਲੋਂ ਉਸ ਨੂੰ ਤੋੜਿਆ ਗਿਆ ਸੀ ਸਾਲ 1998 ਦੇ ਵਿੱਚ। ਮਿਲਖਾ ਸਿੰਘ ਨੇ 1956 ਤੇ 1964 ਦੇ ਵਿੱਚ ਵੀ ਓਲੰਪਿਕ ਦੀਆਂ ਖੇਡਾਂ ਦੇ ਵਿੱਚ ਆਪਣੀ ਭੂਮਿਕਾ ਨਿਭਾਈ। ਤਾਂ ਮਿਲਖਾ ਸਿੰਘ ਦੇ ਜੋ ਕਰੀਬੀ ਨੇ ਉਹ ਇਸ ਵੇਲੇ ਸਾਡੇ ਨਾਲ ਮੌਜੂਦ ਨੇ। ਉਹਨਾਂ ਨੂੰ ਜੋ ਜਾਣਦੇ ਨੇ, ਉਹਨਾਂ ਦੇ ਨਾਲ ਜਿਨ੍ਹਾਂ ਨੇ ਸਮਾਂ ਬਤੀਤ ਕੀਤਾ, ਉਹ ਅੱਜ ਉਹਨਾਂ ਦੇ ਅੰਤਿਮ ਦਰਸ਼ਨਾਂ ਦੇ ਵਾਸਤੇ ਪਹੁੰਚੇ ਹੋਏ ਨੇ। ਸਰ, ਕੀ ਨਾਮ ਹੈ ਤੁਹਾਡਾ ਔਰ ਮਿਲਖਾ ਸਿੰਘ ਨਾਲ ਕਿਹੋ ਜਿਹਾ ਤੁਹਾਡਾ ਰਿਸ਼ਤਾ ਸੀ? देखो जी, now I am known as Professor Ken Sharma. So I was heading the French and I was chairman of foreign languages in the university. तो सिर्फ है कि मिल्खा सिंह जी ਦੇ ਨਾਲ ਜੋ 48 ਦੇ ਵਿੱਚ ਆਏ ਸੀ, तो यूनिवर्सिटी सोलन से पंजाब लाहौर तो ਉੱਥੇ, तो I was there in Solan. So when I met him, I saw लंबा जे सरदार ਜਿਹੜੀ इंज करके लंबा जा अठवीं की जो भी किया उस वक्त, तो मैं देखा ना बस दिस दैट वाज माय फर्स्ट मीटिंग विद हिम 48 जब वो सोलन आए अपना सर्टिफिकेट वास्ते। और लवेबल पर्सनैलिटी, मैं ख्याल कि आई डोंट नो इफ आई हैव इनफ वर्ड टू डिस्क्राइब हिज पर्सनैलिटी। ही वाज सुपर्ब। उसकी यादें ना तो किसी ने अभी मिलकर पैदा किया है ना दोबारा होगा। आई फील सच ए हम्बल एंड नाइस पर्सन आई हैव नेवर सीन इन माई लाइफ। ही जिन्होंने पंजाबी का गुना दा गुथला, ही हैड एवरीथिंग इन हिम एंड ही विल नेवर ओपन हिज माउथ। तकलीफ हो किसी को तकलीफ नहीं पता था। दिस ऑल दैट। ਤਾਂ ਜਿਹੜੇ ਨਾਲ ਦੇ ਕਰੀਬੀ ਨੇ ਉਹ ਇੱਥੇ ਪਹੁੰਚ ਰਹੇ ਨੇ ਘਰ ਦੇ ਵਿੱਚ, ਜੋ ਅੰਤਿਮ ਦਰਸ਼ਨ ਨੇ ਉਹ ਕਰਨ ਵਾਸਤੇ ਆ ਰਹੇ ਨੇ। ਤਾਂ ਹੋਰ ਵੀ ਬਹੁਤ ਸਾਰੇ ਲੋਕ ਹੈਗੇ ਨੇ ਇਸ ਵੇਲੇ ਜਿਹੜੇ ਇਸ ਵੇਲੇ ਇੱਥੇ ਪਹੁੰਚ ਰਹੇ ਨੇ। ਤਾਂ ਤੁਹਾਡੇ ਕਿਵੇਂ ਦੇ ਸੰਬੰਧ ਮਿਲਖਾ ਸਿੰਘ ਉਹਨਾਂ ਨਾਲ ਸੀਗੇ? ਕਿੰਨੀ ਕੁ ਵਾਰ ਤੁਸੀਂ ਮਿਲਦੇ ਸੀਗੇ ਉਹਨਾਂ ਨੂੰ ਔਰ ਕੀ ਕੁਝ ਯਾਦਾਂ ਜਿਹੜੀਆਂ ਹੈਗੀਆਂ ਉਹ ਤੁਹਾਡੀਆਂ ਮਿਲਖਾ ਸਿੰਘ ਦੇ ਨਾਲ ਜੁੜੀਆਂ ਨੇ? ਮੇਰੀਆਂ ਯਾਦਾਂ ਤਾਂ ਖਾਸ ਜਿਹੜੀਆਂ ਆਰਮੀ ਸੀ, ਮੈਂ ਵੀ ਉਹ ਆਰਮੀ ਉੱਥੇ ਮਿਲਦੇ ਰਹੇ, ਸਰਵਿਸ ਵਗੈਰਾ ਖੇਡਦੇ ਸੀਗੇ। ਉਹ ਸਰਵਿਸ ਵਿੱਚ ਮੈਂ ਵੀ ਜਾਂਦਾ, ਅਸੀਂ ਇਕੱਠੇ ਰਹਿੰਦੇ ਹੁੰਦੇ, ਇਕੱਠੇ
ਉਹਨਾਂ ਨੇ ਐਥਲੈਟਿਕਸ ਵਿੱਚ ਹੁੰਦਾ ਸੀ, ਮੈਂ ਵਾਲੀਬਾਲ ਵਿੱਚ ਹੁੰਦਾ ਸੀਗਾ। ਫਿਰ ਇਹ ਸਾਡੇ ਜਿਹੜੇ ਵੈਟਰਨ ਐਸੋਸੀਏਸ਼ਨ ਬਣੀ ਹੋਈ ਆ ਇੰਡੀਆ ਦੀ, ਇਹ ਸਾਡੇ ਇਹਨਾਂ ਨੇ ਸ਼ੁਰੂ ਕੀਤੀ ਸੀ। ਇਹ ਸਾਡੇ ਪ੍ਰਧਾਨ ਸੀ, ਮੈਂ ਸੀਨੀਅਰ ਵਾਈਸ ਪ੍ਰਧਾਨ, ਹੁਣ ਵੀ ਮੈਂ ਸੀਨੀਅਰ ਵਾਈਸ ਪ੍ਰਧਾਨ ਹੀ ਹਾਂ ਪੰਜਾਬ ਦਾ। ਤੇ ਸਾਡੇ ਪੂਨੀਆ ਸਾਹਿਬ ਹੈਗੇ ਸੈਕਟਰੀ ਪੰਜਾਬ ਦੇ। ਤਾਂ ਕਿ ਬਹੁਤ ਵੱਡਾ ਨਾ ਪੂਰਾ ਹੋਣ ਵਾਲਾ ਘਾਟਾ ਅੱਜ ਇਸ ਦੇਸ਼ ਨੂੰ ਜਿਹੜਾ ਹੈਗਾ ਉਹ ਵੇਖਣਾ ਪੈ ਰਿਹਾ, ਜਦੋਂ ਮਿਲਖਾ ਸਿੰਘ ਜਿਹੜੇ ਨੇ ਉਹ ਕੱਲ ਰਾਤ ਆਪਣੇ ਆਖਰੀ ਸਾਹ 11:30 ਵਜੇ ਲੈਂਦੇ ਹੈਗੇ ਨੇ। ਤਾਂ ਕੀ ਹੋਰ ਇਹੋ ਜਿਹੀਆਂ ਯਾਦਾਂ ਤੁਹਾਡੀਆਂ ਜੁੜੀਆਂ ਹੋਈਆਂ ਜਿਹੜੀਆਂ ਤੁਸੀਂ ਇਸ ਵੇਲੇ ਸਾਂਝੇ ਕਰਨਾ ਚਾਹੁੰਦੇ ਹੋ? ਯਾਦਾਂ ਦੇ ਜਿਸ ਤਰ੍ਹਾਂ ਹੁਣ ਸਾਡਾ ਹਿੰਦੁਸਤਾਨ ਦਾ ਹੀਰੋ ਸੀ, ਇਹਦੇ ਕਰਕੇ ਸਾਡੇ ਤਾਂ ਕੱਲ੍ਹ ਜਦ ਪਤਾ ਲੱਗਾ ਹੌਲ ਪੈ ਰਹੇ ਨੇ ਜਾਣੀ ਦੇ ਇੰਨੇ ਅਸੀਂ ਇਹਦੇ ਨਾਲ ਕਿ ਸਾਡਾ ਜ਼ਿਆਦਾ ਇੰਟਰਸਟ ਸੀਗੇ, ਜਾਣੀ ਕੁਛ ਸੋਚਦਾ ਵੀ ਨਹੀਂ ਇੱਥੇ ਆਉਣ ਨੂੰ। ਮੈਂ ਮਸਾਂ ਆਇਆ ਇੱਥੇ, ਜੀ ਨਹੀਂ ਕਰਦਾ ਆਉਣ ਨੂੰ, ਕਰੀਏ ਕੀ। ਕੱਲ ਮੈਂ ਆਉਣਾ ਚਾਹਿਆ, ਮੈਨੂੰ ਮਨਾ ਕਰਤਾ, ਤੁਹਾਨੂੰ ਮਿਲ ਨਹੀਂ ਦੇਣਾ। ਮੈਂ ਕਿਹਾ ਚਲ ਨਹੀਂ ਆਉਣਾ। ਤਾਂ ਕਹਿੰਦੇ ਹੌਲ ਪੈਂਦੇ ਨੇ ਜਦੋਂ ਯਾਦ ਕਰਦੇ ਨੇ। ਤਾਂ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਜਿਹੜੇ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਪਰਿਵਾਰ ਦੇ ਨਾਲ। ਉਹ ਵੀ ਇਸ ਦੁੱਖ ਦੇ ਵਿੱਚ, ਇਸ ਦੁੱਖ ਦੀ ਘੜੀ ਦੇ ਵਿੱਚ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਨੇ। ਤਾਂ ਅੰਤਿਮ ਦਰਸ਼ਨਾਂ ਦੇ ਲਈ ਹਰ ਇੱਕ ਵਿਅਕਤੀ ਜਿਹੜਾ ਹੈਗਾ ਇਸ ਵੇਲੇ ਆ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਰਿਹਾ। ਮਨਪ੍ਰੀਤ ਬਾਦਲ ਕੀ ਕਹਿ ਰਹੇ ਨੇ, ਇੱਕ ਵਾਰੀ ਸਾਡੀ ਗੱਲ ਸੁਣ। सब निहायत दुख दी घड़ी है और निहायत गम दा मुकाम है कि सरदार मिल्खा सिंह जी सानू सदीवी विछोड़ा दे गए है। लखां लोग रोज दुनिया ते पैदा हुंदे है और लखां लोग रोज दुनिया तो चले जांदे है। लोग आंदे है, लोग चले जांदे है, पर दुनिया ते कुछ ऐसे लोग भी हुंदे है ਜਿਹੜੇ ਦੁਨੀਆ ਤੇ ਆਂਦੇ ਜ਼ਰੂਰ ਹੈ ਪਰ ਉਹ ਫਿਰ ਜਾਂਦੇ ਨਹੀਂ ਹੈ, ਅਮਰ ਹੋ ਜਾਂਦੇ ਹੈ। ਔਰ ਸਰਦਾਰ ਮਿਲਖਾ ਸਿੰਘ ਜੀ ਵੀ ਉਹਨਾਂ ਸ਼ਖਸੀਅਤਾਂ ਜੋ ਸੀ, ਹਿੰਦੁਸਤਾਨ ਦਾ ਵਕਾਰ ਸੀ ਔਰ ਪੰਜਾਬ ਦੀ ਸ਼ਾਨ ਸੀ। ਮੈਂ ਤਾਂ ਅੱਜ ਇਸ ਮੌਕੇ ਤੇ ਇਹੀ ਕਹਿ ਸਕਦਾ ਕਿ ਪਰਮਾਤਮਾ ਹਿੰਦੁਸਤਾਨ ਨੂੰ ਸਰਦਾਰ ਮਿਲਖਾ ਸਿੰਘ ਵਰਗੇ ਲੱਖਾਂ ਸਪੂਤ ਅਤਾ ਫਰਮਾ ਔਰ ਉਹਨਾਂ ਦਾ ਜੋ ਖਾਨਦਾਨ ਹੈ ਉਹਨਾਂ ਨੂੰ ਹਿੰਮਤ ਤੇ ਸਬਰ ਪਰਮਾਤਮਾ ਦੇਵੇ। और इस किस्म के लोग जोड़े है रोज़ दुनिया च पैदा नहीं होंगे। सो निहायत दुख की घड़ी है। धन्यवाद, थैंक यू। सरदार मिल्खा सिंह जी आयत फ्लाइंग सिख कहा जाता सी हमेशा। वो सानू हमेशा ही ऐसा उडारी मार के गए ने कि हमेशा वास्ते चले गए। ਉਹਦਾ ਦੇਸ਼ ਵਾਸੀਆਂ ਨੂੰ ਤਾਂ ਹੈ ਹੀ, ਖਾਸ ਕਰਕੇ ਮੇਰੇ ਨਾਲ ਤਾਂ, ਕਿਉਂਕਿ ਜਦੋਂ ਮੈਂ ਇੱਥੇ ਮਿਨਿਸਟਰ ਹੁੰਦਾ ਸੀ ਮੇਰੇ ਸਪੋਰਟਸ ਡਿਪਾਰਟਮੈਂਟ ਵੀ ਸੀ, ਮੇਰੇ ਨਾਲ ਤਾਂ ਇਸ ਪਰਿਵਾਰ ਦਾ ਬਹੁਤ ਨੇੜਤਾ ਰਹੀ। ਔਰ ਮੈਨੂੰ ਤਾਂ ਹੋਰ ਵੀ ਦੁੱਖ ਹੈ ਕਿ ਇਸ ਤਰ੍ਹਾਂ ਦੇ ਇਨਸਾਨ ਜਿਹੜਾ ਸੁਭਾਅ ਦੇ ਤੌਰ 'ਤੇ ਵੀ ਅੱਛਾ ਸੀ, ਸਪੋਰਟਸਮੈਨ ਤਾਂ ਹੈ ਸੀ ਦੁਨੀਆ, ਅਜੇ ਤੱਕ ਉਹਦਾ ਰਿਕਾਰਡ ਵੀ ਨਹੀਂ ਤੋੜ ਸਕੇ। ਲੇਕਿਨ ਦੁੱਖ ਦੀ ਗੱਲ ਇਹ ਹੈ ਕਿ ਦੋਨੋਂ ਹਸਬੈਂਡ ਵਾਈਫ ਕੁਛ ਦਿਨਾਂ ਦੇ ਅੰਦਰ ਅੰਦਰ ਹੀ ਚਲੇ ਗਏ। ਇਦੋਂ ਬੜਾ ਦੁੱਖ ਹੋਰ ਕੀ ਹੋ ਸਕਦਾ। ਇਸ ਕਰਕੇ ਮੈਂ ਆਪਣੀ ਸ਼ਰਧਾ ਭੇਂਟ ਕਰਨ ਲਈ ਆਇਆ ਕਿ ਇਹੋ ਜਿਹੇ ਇਨਸਾਨ ਨੂੰ ਵਾਹਿਗੁਰੂ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਔਰ ਪਿੱਛੇ ਪਰਿਵਾਰ ਨੂੰ, ਬੱਚਿਆਂ ਨੂੰ, ਉਹਨਾਂ ਦਾ ਜਿਹੜਾ ਦੁੱਖ ਹੈ ਉਹ ਸਹਿਣ ਦੀ ਸ਼ਕਤੀ ਬਣੇ। ਤਾਂ ਦੁੱਖ ਦੀ ਘੜੀ ਦੇ ਵਿੱਚ ਹਰ ਇੱਕ ਵਿਅਕਤੀ ਆ ਕੇ ਦੁੱਖ ਜਿਹੜਾ ਹੈਗਾ ਉਹ ਦੁੱਖ ਪ੍ਰਗਟ ਕਰ ਰਿਹਾ ਹੈ, ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚ ਰਿਹਾ ਹੈ। ਤਾਂ ਮਿਲਖਾ ਸਿੰਘ ਦੀ ਜੇਕਰ ਅਸੀਂ ਉਪਲਬਧੀਆਂ ਦੀ ਗੱਲ ਕਰਦੇ ਹਾਂ, ਉਹਨਾਂ ਦੇ ਕਿਰਦਾਰ ਦੀ ਗੱਲ ਕਰਦੇ ਹਾਂ, ਤਾਂ ਵਿਅਕਤੀਆਂ ਦੇ ਕੋਲ, ਲੋਕਾਂ ਦੇ ਕੋਲ ਅਲਫਾਜ਼ ਘੱਟ ਪੈ ਜਾਂਦੇ ਨੇ, ਸ਼ਬਦ ਘੱਟ ਪੈ ਜਾਂਦੇ ਨੇ, ਪਰ ਉਹਨਾਂ ਦੀਆਂ ਕਾਬਲੀਅਤ ਦੀ ਜੇਕਰ ਅਸੀਂ ਗੱਲ ਕਰੀਏ, ਉਹਨਾਂ ਦੀਆਂ ਉਪਲਬਧੀਆਂ ਦੀ ਗੱਲ ਕਰੀਏ, ਤਾਂ ਉਹ ਸ਼ਾਇਦ ਕਿਤੇ ਨਾ ਕਿਤੇ ਖਤਮ ਨਹੀਂ ਹੁੰਦੀਆਂ। ਤਾਂ ਇੱਕ ਉਹ ਸਿਤਾਰਾ ਜਿਸ ਨੇ ਦੇਸ਼ ਨੂੰ ਇੱਕ ਨਾਮ ਨਾ ਸਿਰਫ ਭਾਰਤ ਦੇ ਵਿੱਚ ਬਲਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦਿਵਾਇਆ, ਜਿਨ੍ਹਾਂ ਦਾ ਬੋਲਬਾਲਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੰਨਿਆ ਜਾਂਦਾ ਸੀ, ਅੱਜ ਉਹ ਖਿਡਾਰੀ, ਉਹ ਦੌੜਾਕ ਇਸ ਅਫਸਾਨੀ ਦੁਨੀਆ ਨੂੰ ਅਲਵਿਦਾ ਆਖ ਗਿਆ ਔਰ ਜਿਸ ਨੂੰ ਅੱਜ ਹਰ ਇੱਕ ਵਿਅਕਤੀ ਨਮ ਅੱਖਾਂ ਦੇ ਨਾਲ ਯਾਦ ਕਰ ਰਿਹਾ। ਤਾਂ ਤਸਵੀਰਾਂ ਤੁਹਾਨੂੰ ਅਸੀਂ ਮਿਲਖਾ ਸਿੰਘ ਦੇ ਘਰ ਦੇ ਬਾਹਰ ਦੀਆਂ ਦਿਖਾ ਰਹੇ ਹਾਂ। ਤਾਂ ਭਾਰਤੀ ਖੇਡ ਜਗਤ ਦਾ ਉਹ ਸਿਤਾਰਾ ਅੱਜ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ ਹੈ। ਔਰ ਜੇਕਰ ਮਿਲਖਾ ਸਿੰਘ ਦੀ ਅਸੀਂ ਜੀਵਨ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਉਤਾਰ ਚੜਾਅ ਮਿਲਖਾ ਸਿੰਘ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਵੇਖੇ ਨੇ। ਮਿਲਖਾ ਸਿੰਘ ਉਹਨਾਂ ਦੇ ਜੇਕਰ ਅਸੀਂ ਜਨਮ ਦੀ ਗੱਲ ਕਰੀਏ ਤਾਂ
ਪਾਕਿਸਤਾਨ ਦੇ ਪਿੰਡ ਗੋਬਿੰਦਪੁਰਾ ਦੇ ਵਿੱਚ ਮਿਲਖਾ ਸਿੰਘ ਉਹਨਾਂ ਦਾ ਜਨਮ ਹੁੰਦਾ ਹੈ ਔਰ 14 ਭੈਣ ਭਰਾ ਮਿਲਖਾ ਸਿੰਘ ਦੇ ਹੁੰਦੇ ਨੇ ਜਿਹੜੇ ਕਿ ਉਸ ਵੇਲੇ 47 ਦੀ ਵੰਡ ਦੇ ਵਿੱਚ ਕੁਝ ਸ਼ਹੀਦ ਹੋ ਜਾਂਦੇ ਨੇ, ਕੁਝ ਮਾਰੇ ਜਾਂਦੇ ਨੇ। ਤਾਂ ਬਹੁਤ ਕੁਝ ਵੱਡਾ ਦੁਖਾਂਤ ਜਿਹੜਾ ਹੈ ਉਹ ਮਿਲਖਾ ਸਿੰਘ ਨੇ ਆਪਣੇ ਪਿੰਡੇ ਤੇ ਹੰਢਾਇਆ ਹੈ। ਔਰ ਜੇਕਰ ਮਿਲਖਾ ਸਿੰਘ ਦੇ ਅਸੀਂ ਬੋਲਾਂ ਦੀ ਗੱਲ ਕਰੀਏ ਤਾਂ ਮਿਲਖਾ ਸਿੰਘ ਅਕਸਰ ਇਹ ਗੱਲ ਕਹਿੰਦੇ ਸੀ ਕਿ ਜ਼ਿੰਦਗੀ ਤੇ ਮੌਤ ਜਿਹੜੀ ਹੈ ਉਹ ਦੋਨੋਂ ਬਹੁਤ ਕਰੀਬ ਤੋਂ ਉਹਨਾਂ ਨੇ ਵੇਖੀ ਹੈ। ਇਸ ਕਰਕੇ ਉਹ ਕਹਿੰਦੇ ਨੇ ਕਿ ਮੈਂ ਇਸ ਜ਼ਿੰਦਗੀ ਦੇ ਵਿੱਚ ਹਮੇਸ਼ਾ ਭਜਦਾ ਰਹਿੰਦਾ, ਚੱਲਦਾ ਰਹਿੰਦਾ। ਤਾਂ ਬਹੁਤ ਸਾਰੇ ਸੁਨੇਹੇ ਉਹਨਾਂ ਦੇ ਵੱਲੋਂ ਨੌਜਵਾਨਾਂ ਨੂੰ ਦਿੱਤੇ ਗਏ ਸੀ। ਔਰ ਜੇਕਰ ਮਿਲਖਾ ਸਿੰਘ ਦੇ ਅਸੀਂ ਜੀਵਨ ਦੀ ਗੱਲ ਕਰਦੇ ਹਾਂ ਤਾਂ 1951 ਦੇ ਵਿੱਚ ਆਰਮੀ ਨੂੰ ਵੀ ਮਿਲਖਾ ਸਿੰਘ ਨੇ ਜੁਆਇਨ ਕੀਤਾ ਸੀ। 1951 ਦੇ ਵਿੱਚ ਆਰਮੀ ਦੇ ਵਿੱਚ ਮਿਲਖਾ ਸਿੰਘ ਆਉਂਦੇ ਨੇ ਔਰ ਆਰਮੀ ਦੇ ਵਿੱਚ ਵੀ ਸ਼ਾਮਲ ਹੋਣ ਦਾ ਕੀ ਕਾਰਨ ਰਹਿੰਦਾ ਹੈਗਾ, ਆਰਮੀ ਨੂੰ ਵੀ ਜੁਆਇਨ ਕਰਨ ਦਾ ਕੀ ਕਾਰਨ ਰਹਿੰਦਾ ਹੈ, ਕਿਉਂਕਿ ਜਦੋਂ ਵੇਖਦੇ ਨੇ ਉਹ ਕਿ ਆਰਮੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਡਾਈਟ ਦਿੱਤੀ ਜਾਂਦੀ ਹੈ ਤਾਂ ਉਹ ਚੀਜ਼ ਉਹਨਾਂ ਨੂੰ ਪ੍ਰਭਾਵਿਤ ਕਰਦੀ ਹੈਗੀ ਹੈ। ਹਾਲਾਂਕਿ ਮਿਲਖਾ ਸਿੰਘ ਦੀ ਜੀਵਨੀ ਦੇ ਉੱਤੇ ਫਿਲਮ ਵੀ ਬਣੀ ਹੈ ਜਿਸ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਨੂੰ ਬਹੁਤ ਕਰੀਬੀਓਂ ਉਸ ਦੇ ਵਿੱਚ ਵੱਡੇ ਪਰਦੇ ਦੇ ਉੱਤੇ ਉਤਾਰਿਆ ਗਿਆ ਹੈ। ਔਰ ਜਿਸ ਤਰੀਕੇ ਦੇ ਨਾਲ ਮਿਲਖਾ ਸਿੰਘ ਆਰਮੀ ਦੇ ਵਿੱਚ ਰਹੇ ਤਾਂ ਉਦੋਂ ਉਹਨਾਂ ਨੂੰ ਕ੍ਰਾਸ ਕੰਟਰੀ ਲਾਉਣ ਵਾਸਤੇ ਕਿਹਾ ਗਿਆ ਸੀ। ਤਾਂ 5 ਮੀਲ ਦੀ ਉਹ ਕ੍ਰਾਸ ਕੰਟਰੀ ਸੀ ਜਿਸ ਦੇ ਵਿੱਚ ਮਿਲਖਾ ਸਿੰਘ ਭੱਜੇ ਔਰ ਜਦੋਂ ਉੱਥੇ ਕੋਚ ਗੁਰਦੇਵ ਸਿੰਘ ਉਹਨਾਂ ਦੀ ਨਜ਼ਰ ਮਿਲਖਾ ਸਿੰਘ ਦੇ ਉੱਤੇ ਪੈਂਦੀ ਹੈ ਤਾਂ ਉਹਨਾਂ ਨੂੰ ਇੱਕ ਗਲਾਸ ਮਿਲਕ ਦਾ ਦੁੱਧ ਦਾ ਹੋਰ ਦੇਣ ਵਾਸਤੇ ਵੀ ਉਹਨਾਂ ਦੇ ਵੱਲੋਂ ਸਿਫਾਰਿਸ਼ ਕੀਤੀ ਜਾਂਦੀ ਹੈ। ਤਾਂ ਮਿਲਖਾ ਸਿੰਘ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੇ ਰਿਕਾਰਡ ਬਣਾਏ। ਤਾਂ ਉਹਨਾਂ ਨੂੰ ਬਾਅਦ ਦੇ ਵਿੱਚ 400 ਮੀਟਰ ਦੀ ਸਪੈਸ਼ਲ ਟ੍ਰੇਨਿੰਗ ਵਾਸਤੇ ਵੀ ਟ੍ਰੇਨ ਕੀਤਾ ਗਿਆ। ਔਰ ਇਸ ਦੇ ਨਾਲ ਨਾਲ ਜੇਕਰ ਉਹਨਾਂ ਦੀ ਅਸੀਂ ਏਸ਼ੀਅਨ ਖੇਡ ਦੀ ਗੱਲ ਕਰੀਏ ਤਾਂ ਇੰਡੋ ਪਾਕਿਸਤਾਨ ਜਦੋਂ ਖੇਡ ਹੋਈ ਤਾਂ ਉਸ ਦੇ ਵਿੱਚ ਜੋ ਉਹਨਾਂ ਨੇ ਆਪਣਾ ਸਿੱਕਾ ਚਲਾਇਆ, ਜੋ ਉਹਨਾਂ ਨੇ ਆਪਣਾ ਪ੍ਰਦਰਸ਼ਨ ਦਿਖਾਇਆ, ਉਸ ਨੂੰ ਵੇਖਦਿਆਂ ਹੋਇਆਂ ਪਾਕਿਸਤਾਨ ਦੇ ਜੋ ਪ੍ਰੈਜ਼ੀਡੈਂਟ ਸੀ ਜਨਰਲ ਅਯੂਬ ਖਾਨ, ਉਹਨਾਂ ਨੇ ਉਸ ਵੇਲੇ ਨਾਮ ਮਿਲਖਾ ਸਿੰਘ ਨੂੰ ਫਲਾਈਂਗ ਸਿੱਖ ਦਾ ਦਿੱਤਾ ਸੀ ਕਿਉਂਕਿ ਮਿਲਖਾ ਸਿੰਘ ਨੇ ਉਦੋਂ ਜੋ ਏਸ਼ੀਆ ਦੇ ਸਭ ਤੋਂ ਤੇਜ਼ ਦੌੜਾਕ ਸੀ ਅਬੁਲ ਖਾਲਿਕ, ਉਸ ਦਾ ਰਿਕਾਰਡ ਤੋੜਿਆ ਸੀ। ਨਾ ਸਿਰਫ 100 ਮੀਟਰ ਬਲਕਿ 400 ਮੀਟਰ ਗੇਮ ਦੇ ਵਿੱਚ ਵੀ ਉਸ ਦਾ ਰਿਕਾਰਡ ਤੋੜ ਦਿੱਤਾ ਸੀ। ਤਾਂ 1958 ਦੇ ਵਿੱਚ ਉਹ ਖੇਡਾਂ ਦੇ ਵਿੱਚ ਉਹ ਰਿਕਾਰਡ ਤੋੜਦੇ ਨੇ ਔਰ ਉਸ ਤੋਂ ਬਾਅਦ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਜਨਰਲ ਅਯੂਬ ਖਾਨ ਉਹਨਾਂ ਨੂੰ ਫਲਾਈਂਗ ਸਿੱਖ ਦਾ ਨਾਮ ਦਿੰਦੇ ਨੇ। ਹਾਲਾਂਕਿ ਮਿਲਖਾ ਸਿੰਘ ਪਾਕਿਸਤਾਨ ਜਾਣ ਤੋਂ ਮਨਾ ਕਰ ਦਿੰਦੇ ਨੇ ਕਿਉਂਕਿ ਜੋ ਉਹਨਾਂ ਨੇ ਉਹ ਸੰਤਾਪ, ਉਹ ਦਰਦ ਪਾਕਿਸਤਾਨ ਦੇ ਵਿੱਚ ਵੇਖਿਆ ਸੀ, ਉਹ ਚੀਜ਼ ਉਹਨਾਂ ਨੂੰ ਬਾਰ-ਬਾਰ ਤੰਗ ਕਰਦੀ ਸੀ। ਪਰ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਉਹਨਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਉਸ ਖੇਡ ਦੇ ਵਿੱਚ ਜਾਓ, ਉੱਥੇ ਜਾ ਕੇ ਤੁਸੀਂ ਆਪਣਾ ਜਿਹੜਾ ਹੈ ਉਹ ਯੋਗਦਾਨ ਪਾਓ। ਔਰ ਫਿਰ ਉਹਨਾਂ ਦੇ ਵੱਲੋਂ ਖੇਡ ਖੇਡੀ ਗਈ, ਉੱਥੇ ਜਾ ਕੇ ਰੇਸ ਦੇ ਵਿੱਚ ਹਿੱਸਾ ਲਿੱਤਾ ਗਿਆ ਔਰ ਪੂਰੇ ਦੇਸ਼ ਦਾ ਨਾਮ ਜਿਹੜਾ ਹੈ ਉਹਨਾਂ ਦੇ ਵੱਲੋਂ ਰੋਸ਼ਨ ਕੀਤਾ ਗਿਆ। ਤਾਂ ਬਹੁਤ ਸਾਰੀਆਂ ਅੱਜ ਗੱਲਾਂ ਮਿਲਖਾ ਸਿੰਘ ਦੀਆਂ ਯਾਦ ਆਉਂਦੀਆਂ ਨੇ। ਉਹਨਾਂ ਦੇ ਭਾਰਤ ਨੂੰ ਦਿੱਤੇ ਹੋਏ ਉਹ ਵੱਡੇ ਵੱਡੇ ਖਿਤਾਬ ਅੱਜ ਹਰ ਕੋਈ ਵਿਅਕਤੀ ਯਾਦ ਕਰ ਰਿਹਾ ਹੈ ਔਰ ਨਮ ਅੱਖਾਂ ਦੇ ਨਾਲ ਉਸ ਦੌੜਾਕ ਨੂੰ ਯਾਦ ਕਰ ਰਿਹਾ ਹੈ ਜਿਸ ਨੇ ਇੱਕ ਵੱਖਰਾ ਮੁਕਾਮ ਆਪਣੀ ਜ਼ਿੰਦਗੀ ਦੇ ਵਿੱਚ ਹਾਸਲ ਕਰ ਲਿਆ ਸੀ। ਪਦਮ ਸ਼੍ਰੀ ਦੇ ਨਾਲ ਵੀ ਮਿਲਖਾ ਸਿੰਘ ਨੂੰ ਨਵਾਜ਼ਿਆ ਗਿਆ ਸੀ ਔਰ ਜੋ ਅੱਜ ਇਹ ਵੱਡਾ ਘਾਟਾ ਮਿਲਖਾ ਸਿੰਘ ਦਾ ਕੋਵਿਡ ਦੇ ਕੰਪਲਿਕੇਸ਼ਨਸ ਦੇ ਕਾਰਨ ਜੋ ਉਹਨਾਂ ਦੀ ਮੌਤ ਹੋਈ ਹੈ, ਉਸ ਦੇ ਨਾਲ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਤਾਂ 5 ਵਜੇ ਦੇ ਕਰੀਬ ਅੱਜ ਅੰਤਿਮ ਸੰਸਕਾਰ ਜਿਹੜਾ ਹੈ ਉਹ ਮਿਲਖਾ ਸਿੰਘ ਦਾ ਸੈਕਟਰ 25 ਦੇ ਵਿੱਚ ਰੱਖਿਆ ਗਿਆ ਹੈ। ਤਾਂ ਉਸ ਤੋਂ ਪਹਿਲਾਂ ਲਗਾਤਾਰ ਉਹਨਾਂ ਦੇ ਚਾਹਣ ਵਾਲੇ, ਉਹਨਾਂ ਦੇ ਕਰੀਬੀ, ਉਹਨਾਂ ਦੇ ਜਿੰਨੇ ਕੁ ਸ਼ੁਭਚਿੰਤਕ ਹੈਗੇ ਨੇ, ਜਿੰਨੇ ਕੁ ਉਹਨਾਂ ਨੂੰ ਲੋਕ ਪਿਆਰ ਕਰਦੇ ਨੇ, ਉਹ ਹਰ ਇੱਕ ਅੱਜ ਕੋਈ ਘਰ ਦੇ ਵਿੱਚ ਆ ਕੇ ਉਹਨਾਂ ਦੇ ਅੰਤਿਮ ਦਰਸ਼ਨ ਕਰ ਰਿਹਾ। ਹਾਲਾਂਕਿ ਕਰੋਨਾ ਦੇ ਚਲਦੇ ਹੋਏ ਇੱਥੇ ਗਾਈਡਲਾਈਨਸ ਦਾ ਵੀ ਉਹ ਪਾਲਣ ਕੀਤਾ ਜਾ ਰਿਹਾ ਹੈ। ਘੱਟ ਲੋਕਾਂ ਨੂੰ ਹੀ ਅੰਦਰ ਸਮੇਂ-ਸਮੇਂ ਦੇ ਉੱਤੇ ਦਾਖਲ ਕਰਵਾਇਆ ਜਾ ਰਿਹਾ ਹੈ। ਤਾਂ ਇਹ ਕਰੋਨਾ ਦੀ ਮਹਾਮਾਰੀ ਨੇ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਸਿਤਾਰੇ ਖੋਹ ਲਿੱਤੇ, ਜਿਨ੍ਹਾਂ ਦੇ ਵਿੱਚੋਂ ਇੱਕ ਖੇਡ ਜਗਤ ਦਾ ਸਿਤਾਰਾ ਮਿਲਖਾ ਸਿੰਘ ਵੀ ਇਸ ਸੰਸਾਰ ਨੂੰ ਅਲਵਿਦਾ ਆ ਗਿਆ।
ਕੈਮਰਾਮੈਨ ਬਜਿੰਦਰ ਦੇ ਨਾਲ ਗਗਨਦੀਪ ਸਿੰਘ ਟੀਵੀ ਪੰਜਾਬ ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।